11:45 तक सिख इतिहास महाराणा जी के बरसे संबंध में अपना विचार साझे करनगे। सो आओ बड़े प्यार सहित पौने घंटे वास्ते इन्होंने पासों ये विचार सरपण करिए। उस तो उपरंत अगला जो प्रोग्राम दस्या जाएगा। वाहिगुरू जी का खालसा, वाहिगुरू जी की फतेह। वाहिगुरू साहिब जी धन वाहिगुरू अल्प मत थोरी तुम आपन बिरद रखावो। तुमरी शरण तुम्हारी आसा तुम ही सज्जन सोहेले। राखो रखन हार दयाला नानक कर के गोले। सूरा सो पहचानिए जो लरै दीन कहेत। पुरजा कट मरै कबहू ना छाड़ै खेत। जाको हर रंग लागो इस जुग में सो कहियत है सूरा। आत्म जिणै सगल वसता कै जाका सतगुर पूरा। जुगो जुग अटल चवर छतर तख्त दे मालक दसां पातशाहियां दी जागदी जोत धन धन साहिब श्री गुरु ग्रंथ साहिब जी दी मुबारक पावन पवित्र हजूरी दे अंदर सजे होए दीवाना दियां हाजरियां भरदियां होइयां सिख धर्म दे महान सूरवीर शेरे पंजाब महाराजा रणजीत सिंह जी दी याद नूं ਅਤੇ ਨਾਲ ਹੀ ਨਾਲ ਅੱਜ ਸਿੱਖ ਰਾਜ ਜਿਨ੍ਹਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਬਾਅਦ ਕਾਇਮ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ। ਇਹਨਾਂ ਦਿਹਾੜਿਆਂ ਨੂੰ ਸਮਰਪਿਤ ਆਪਾਂ ਸਜੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਾਂ। आओ जितना कु समा प्राप्त होया उस समय च रहिंदे आपां इतिहास दे नाल जुड़ना करिए जी। विचारां दी आरंभता तो पहला दशमेश पिता दी बख्शी फतेह प्रवान करो जी। सारे गज के बुलाओ फतेह। वाहिगुरू जी का खालसा, वाहिगुरू जी की फतेह। ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕਿਤੇ ਅਸੀਂ ਵਿਚਾਰ ਕਰਕੇ ਪੜ੍ਹੀਏ ਤਾਂ ਜਿਹੜੀ ਭਗਤ ਰਵਿਦਾਸ ਜੀ ਨੇ ਬੇਗਮਪੁਰੇ ਸ਼ਹਿਰ ਦੀ ਗੱਲ ਕੀਤੀ ਹੈ, ਜਿਹੜੇ ਉਸ ਰਾਜ ਦੀ ਗੱਲ ਉਹਨਾਂ ਨੇ ਆਪਣੇ ਸ਼ਬਦ ਵਿੱਚ ਕੀਤੀ ਹੈ, ਤੇ ਅਸੀਂ ਕਿਸੇ ਨਾ ਕਿਸੇ ਆਨੰਦਪੁਰ ਸਾਹਿਬ ਦੇ ਜਿਹੜੇ ਸੰਕਲਪ ਦੀ ਗੱਲ ਦਸ਼ਮੇਸ਼ ਨੇ ਆਪਣੇ ਜੀਵਨ ਵਿੱਚ ਕੀਤੀ ਹੈ, ਉਸੇ ਲੜੀ ਨੂੰ ਅੱਗੇ ਤੋਰਦਿਆਂ ਭਾਵੇਂ ਉਹ ਬਾਬਾ ਬੰਦਾ ਸਿੰਘ ਬਹਾਦਰ ਹੋਣ
ਤੇ ਭਾਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੋਵੇ, ਉਹਨਾਂ ਨੇ ਕਿਸੇ ਨਾ ਕਿਸੇ ਢੰਗ ਦੇ ਨਾਲ ਸਮੁੱਚੇ ਸੰਸਾਰ ਨੂੰ ਇੱਕ ਗੱਲ ਸਮਝਾਈ ਹੈ ਕਿ ਅਸਲ ਵਿੱਚ ਸਿੱਖ ਰਾਜ ਦਾ ਹੋਣਾ, ਅਸਲ ਵਿੱਚ ਸਿੱਖ ਹਕੂਮਤ ਦੇ ਵਿੱਚ ਕਿਹੋ ਜਿਹੇ ਕਾਨੂੰਨਾਂ ਦਾ ਹੋਣਾ ਸਮੁੱਚੀ ਦੁਨੀਆ ਨੂੰ ਇੱਕ ਸੇਧ ਦਿੰਦਾ ਹੈ। ਭਗਤ ਰਵਿਦਾਸ ਜੀ ਦਾ ਤੁਸੀਂ ਭਜਨ ਪੜ੍ਹਦੇ ਹੋ, ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੈ ਠਾਉ। ਉਹ ਸ਼ਹਿਰ ਜਿੱਥੇ ਕੋਈ ਗਮ ਨਾ ਹੋਵੇ, ਕੋਈ ਚਿੰਤਾ ਨਾ ਹੋਵੇ, ਕੋਈ ਦੁੱਖ ਨਾ ਹੋਵੇ, ਸਾਰਿਆਂ ਲਈ ਇੱਕ ਜਿਹਾ ਕਾਨੂੰਨ ਹੋਵੇ, ਕੋਈ ਦੁਨਿਆਵੀ ਟੈਕਸ ਜਿੱਥੇ ਕੋਈ ਮਾਰ ਨਾ ਕਰਦਾ ਹੋਵੇ, ਇਹੋ ਜਿਹੇ ਸ਼ਹਿਰ ਦੀ ਸਿਰਜਣਾ ਜਿਹੜੀ ਸੀ ਉਹ ਇੱਕ ਸਾਧ ਸੰਗਤ ਜੀ ਸਿੱਖ ਰਾਜ ਦਾ ਕਨਸੈਪਟ ਸੀ, ਜਿਸ ਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਮੇਂ ਵੀ ਆਨੰਦਪੁਰ ਸਾਹਿਬ ਦੀ ਰੂਪ ਦੇ ਅੰਦਰ ਦੁਨੀਆ ਸਾਹਮਣੇ ਪ੍ਰਗਟ ਕੀਤਾ ਗਿਆ। ਆਨੰਦਪੁਰ ਸਾਹਿਬ ਦਾ ਵੀ ਅਰਥ ਇਹੋ ਹੈ ਕਿ ਜਿੱਥੇ ਸਦਾ ਹੀ ਆਨੰਦ ਵਰਤਦਾ ਹੋਵੇ, ਜਾਂ ਜਿੱਥੇ ਸਾਰਿਆਂ ਲਈ ਇੱਕ ਜਿਹਾ ਕਾਨੂੰਨ, ਇੱਕ ਜਿਹਾ ਸਿਧਾਂਤ ਹੋਵੇ। ਤੇ ਉਸ ਤੋਂ ਬਾਅਦ ਫਿਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਆਉਂਦਾ ਹੈ, ਉਹਨਾਂ ਨੇ ਵੀ ਕੁਝ ਇਹੋ ਜਿਹਾ ਰਾਜ ਕਾਇਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ, ਉਹਦੇ ਅੰਦਰ ਵੀ ਇਹੋ ਸਿਧਾਂਤ ਸੀ। ਕਿਉਂਕਿ ਜੇਕਰ ਹੁਣ ਤੱਕ ਜਗੀਰਦਾਰੀ ਸਿਸਟਮ ਕਿਸੇ ਨੇ ਖਤਮ ਕੀਤਾ ਤੇ ਉਹ ਸਿਹਰਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾਂਦਾ ਹੈ। ਜਗੀਰਦਾਰੀ ਸਿਸਟਮ ਬੰਦ ਕਰਕੇ ਉਹਨਾਂ ਨੇ ਕਿਸਾਨਾਂ ਨੂੰ ਜਿਹੜੀਆਂ ਵਾਹੁਣ ਵਾਲੀਆਂ ਜ਼ਮੀਨਾਂ ਸੀ ਉਹਨਾਂ ਦੇ ਸਿੱਧੇ ਮਾਲਕ ਬਣਾਇਆ ਸੀ। ਤੁਸੀਂ ਕੋਈ ਟੈਕਸ ਨਹੀਂ ਦੇਣਾ, ਤੁਸੀਂ ਕੋਈ ਕਿਸੇ ਨੂੰ ਕੁਝ ਨਹੀਂ ਦੇਣਾ, ਤੁਸੀਂ ਜਿਹੜੀ ਜ਼ਮੀਨ ਵਾਹੁੰਦੇ ਉਹਦੇ ਮਾਲਕ ਤੁਸੀਂ ਆਪ। ਹੁਣ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਹਾਂ, ਕਿਉਂਕਿ ਅੱਜ ਆਪਾਂ ਉਹਨਾਂ ਦੀ ਯਾਦ ਮਨਾ ਰਹੇ ਹਾਂ, ਮਹਾਰਾਜਾ ਰਣਜੀਤ ਸਿੰਘ ਦੇ ਪਿਛੋਕੜ ਨੂੰ ਜਦੋਂ ਤੱਕਦੇ ਆ, ਇਹਨਾਂ ਦੇ ਸਾਧ ਸੰਗਤ ਜੀ ਪਿਛੋਕੜ ਵਿੱਚ ਇਹਨਾਂ ਦੇ ਬਜ਼ੁਰਗ ਬਾਬਾ ਬੁੱਧ ਰਾਮ ਜੀ, ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਬਹੁਤ ਵੱਡੇ ਸੂਰਬੀਰ ਨੇ, ਬਹੁਤ ਵੱਡੇ ਸੂਰਬੀਰ ਨੇ। ਇਹਨਾਂ ਨੇ ਅੰਮ੍ਰਿਤ ਛਕ ਕੇ ਇਹਨਾਂ ਦਾ ਨਾਮ ਪਿਆ ਸੀ ਬਾਬਾ ਬੁੱਧ ਸਿੰਘ ਜੀ। ਬਾਬਾ ਬੁੱਧ ਸਿੰਘ ਨੇ ਵੀ ਕਈ ਜੰਗਾਂ ਵਿੱਚ ਸਾਧ ਸੰਗਤ ਜੀ ਸ਼ਾਮਲ ਹੋ ਕਰਕੇ ਸੂਰਮਤਾਈ ਦੇ ਆਪਣੇ ਗੁਣਾਂ ਨੂੰ ਉਜਾਗਰ ਕੀਤਾ। ਬਾਬਾ ਬੁੱਧ ਸਿੰਘ ਜੀ ਦੇ ਅੱਗੇ ਪੁੱਤਰ ਹੋਏ, ਉਹਨਾਂ ਪੁੱਤਰਾਂ ਵਿੱਚੋਂ ਸਾਧ ਸੰਗਤ ਜੀ ਬਾਬਾ ਨੋਦ ਸਿੰਘ ਹੈ। ਬੁੱਧ ਸਿੰਘ ਦੇ ਪੁੱਤਰ ਬਾਬਾ ਨੋਦ ਸਿੰਘ ਹੈ। ਨੋਦ ਸਿੰਘ ਦੇ ਪੁੱਤਰ ਸਾਧ ਸੰਗਤ ਜੀ ਬਾਬਾ ਚੜਤ ਸਿੰਘ ਹੈ। ਹੁਣ ਚੜਤ ਸਿੰਘ ਜਿਹੜੇ ਨੇ, ਉਹਨਾਂ ਨੇ 30 ਸਿੰਘਾਂ ਦੀ ਇੱਕ ਪਲਟਨ ਤਿਆਰ ਕੀਤੀ ਹੈ। ਗੁਜਰਾਂਵਾਲੇ ਦੇ ਇਲਾਕੇ ਅੰਦਰ ਇੱਕ 30 ਸਿੰਘਾਂ ਦਾ ਜਥਾ ਬਣਾਇਆ ਹੈ, ਜਿਹਨੂੰ ਸ਼ੁਕਰ ਚੱਕਰੀਆ ਜਥਾ ਕਿਹਾ ਜਾਂਦਾ ਹੈ। ਇਹ ਸਾਧ ਸੰਗਤ ਜੀ ਬਾਬਾ ਚੜਤ ਸਿੰਘ ਨੇ ਬਣਾਇਆ ਹੈ। ਇਤਿਹਾਸ ਨੂੰ ਤੁਸੀਂ ਕਿਤੇ ਪੜ੍ਹ ਕੇ ਵੇਖੋ। ਜਦੋਂ ਅਬਦਾਲੀ ਨੇ ਸਾਧ ਸੰਗਤ ਜੀ ਬਹੁਤ ਵੱਡਾ ਘੱਲੂਘਾਰਾ ਕੀਤਾ, ਅਬਦਾਲੀ ਨੇ ਜਦੋਂ ਸਿੰਘਾਂ ਨੂੰ ਚੁਣ ਚੁਣ ਕੇ ਵੀ ਮਾਰਿਆ, ਅਬਦਾਲੀ ਨੇ ਜਦੋਂ ਕਹਿਰ ਢਾਇਆ, ਇਹ ਪਹਿਲੀ ਵਾਰ ਸੀ ਜਦੋਂ ਕਿਸੇ ਨੇ ਅਬਦਾਲੀ ਨੂੰ ਜਾ ਕੇ ਬੰਗਾਰ ਕੇ ਕਿਹਾ ਸੀ, ਅਬਦਾਲੀ ਆ ਚੜਤ ਸਿੰਘ ਖੜਾ ਹੈ, ਚੜਤ ਸਿੰਘ ਤੈਨੂੰ ਚੈਲੰਜ ਕਰਦਾ ਹੈ, ਚੜਤ ਸਿੰਘ ਤੈਨੂੰ ਵੰਗਾਰਦਾ ਹੈ ਕਿ ਇੱਕ ਆਮੋ ਸਾਹਮਣੇ ਹੋ ਕੇ ਅੱਜ ਗੁਰੂ ਕੇ ਸਿੱਖ ਦੇ ਨਾਲ ਤੂੰ ਦੋ ਹੱਥ ਕਰ, ਫਿਰ ਦੇਖਦੇ ਆ ਕਿ ਕਿਹੜਾ ਸੂਰਮੇ, ਕਿਹੜਾ ਤਾਕਤਵਰ ਹੈ। ਇਹ ਸਾਧ ਸੰਗਤ ਜੀ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਨੇ, ਬਾਬਾ ਚੜਤ ਸਿੰਘ। ਹੁਣ ਚੜਤ ਸਿੰਘ ਜੀ ਨੇ ਇੱਕ ਜਥਾ ਬਣਾਇਆ, ਔਰ ਉਸ ਜਥੇ ਦਾ ਰੂਲ ਵੇਖੋ, ਉਸ ਜਥੇ ਦਾ ਨਿਯਮ ਵੇਖੋ। ਜਿਹਨੇ ਉਸ ਜਥੇ ਵਿੱਚ ਸ਼ਾਮਲ ਹੋਣਾ, ਦਾਸ ਇਤਿਹਾਸ ਪੜ੍ਹ ਰਿਹਾ ਸੀ, ਜਿਹਨੇ ਉਸ ਜਥੇ ਵਿੱਚ ਸ਼ਾਮਲ ਹੋਣਾ ਤੇ ਸਾਧ ਸੰਗਤ ਜੀ ਪਹਿਲੇ ਹੀ ਨਿਯਮ ਸੀ, ਉਹਨੂੰ ਦਾੜੀ ਕੇਸ ਰੱਖਣੇ ਪੈਣਗੇ। ਗੁਰੂ ਦਾ ਅੰਮ੍ਰਿਤ ਛਕ ਕੇ ਉਹ ਇਸ ਜਥੇ ਵਿੱਚ ਸ਼ਾਮਲ ਹੋ ਸਕਦਾ ਹੈ। ਇਹ ਰੂਲ ਸੀ, ਨਿਯਮ ਬਣਾਇਆ ਗਿਆ। ਉਹ ਤੋਂ ਬਾਅਦ ਸਾਧ ਸੰਗਤ ਜੀ ਜਦੋਂ ਬਾਬਾ ਚੜਤ ਸਿੰਘ ਜੀ ਜੰਮੂ ਦੇ ਵਿੱਚ ਨੇ, ਜਦੋਂ ਜੰਮੂ ਦੀ ਧਰਤੀ ਤੇ ਨੇ,
ਤੇ ਉਹ ਐਡਾ ਵੱਡਾ ਸੂਰਮਾ ਜਿਹਨੇ ਕਈ ਜੰਗਾਂ ਯੁੱਧਾਂ ਦੇ ਵਿੱਚ ਆਪਣੇ ਜੌਹਰ ਦਿਖਾਏ ਹੋਣ, ਸਾਧ ਸੰਗਤ ਜੀ ਜਦੋਂ ਉਹ ਚੜ੍ਹਾਈ ਕਰਦੇ ਨੇ ਇੱਕ ਬੰਦੂਕ ਦੇ ਅੰਦਰ ਬਰੂਦ ਭਰਦਿਆਂ ਉਹ ਬਰੂਦ ਵੱਧ ਭਰਿਆ ਗਿਆ, ਉਹ ਫਟਦਾ ਤੇ ਸਾਧ ਸੰਗਤ ਜੀ ਬਾਬਾ ਚੜ੍ਹਤ ਸਿੰਘ ਜੀ ਜਿਹੜੇ ਨੇ ਉਹ ਉਸ ਜੰਗ ਦੇ ਮੈਦਾਨ ਵਿੱਚ ਉਹ ਬੰਦੂਕ ਵਿੱਚੋਂ ਬਰੂਦ ਪਟਣ ਕਰਕੇ ਉਹਨਾਂ ਦੀ ਚੜ੍ਹਾਈ ਹੁੰਦੀ ਹੈ। ਤੇ ਸਾਧ ਸੰਗਤ ਜੀ ਉਸ ਤੋਂ ਬਾਅਦ ਜਥੇਦਾਰ ਬਣਦੇ ਨੇ ਭਾਈ ਮਹਾ ਸਿੰਘ। ਹੁਣ ਇਹ ਭਾਈ ਮਹਾ ਸਿੰਘ ਭਾਈ ਚੜ੍ਹਤ ਸਿੰਘ ਦੇ ਪੁੱਤਰ ਨੇ। ਇਹ ਸਮਾਂ ਹੈ 1774 ਦਾ ਸਮਾਂ ਜਦੋਂ ਭਾਈ ਮਹਾ ਸਿੰਘ ਜਥੇਦਾਰ ਬਣੇ। ਭਾਈ ਮਹਾ ਸਿੰਘ ਨੂੰ ਜਥੇਦਾਰੀ ਮਿਲੀ, ਉਹਨਾਂ ਨੇ ਇਸ ਜਥੇ ਨੂੰ ਹੋਰ ਵਧਾਇਆ ਤੇ ਸਾਧ ਸੰਗਤ ਜੀ ਸੁਕਰ ਚੱਕਰੀਆ ਮਿਸਲ ਜਿਹੜੀ ਸੀ, ਉਹ ਜਦੋਂ ਮਿਸਲਾਂ ਕਾਇਮ ਹੋਈਆਂ ਉਦੋਂ ਇਸ ਮਿਸਲ ਦੀ ਜਥੇਦਾਰੀ ਜਿਹੜੀ ਸੀ ਉਹ ਸਰਦਾਰ ਮਹਾ ਸਿੰਘ ਕੋਲ ਆ ਗਈ। ਉਹਨਾਂ ਨੇ ਇਸ ਜਥੇ ਅੰਦਰ ਹੋਰ ਭਰਤੀਆਂ ਕੀਤੀਆਂ, ਹੋਰ ਆਪਣੀ ਤਾਕਤ ਨੂੰ ਵਧਾਇਆ, ਹੋਰ ਇਲਾਕਿਆਂ ਨੂੰ ਜਿੱਤ ਕੇ, ਕਿਉਂਕਿ ਮਿਸਲਾਂ ਦੇ ਵਿੱਚ ਇੱਕ ਨਿਯਮ ਸੀ ਵੀ ਮਿਸਲ ਆਪਣਾ ਰਾਜ ਕਾਇਮ ਕਰੇ, ਆਪਣਾ ਥਾਂ ਕਾਇਮ ਕਰੇ, ਪਰ ਜਦੋਂ ਪੰਥ ਤੇ ਕੋਈ ਦੁਬਿਧਾ ਆਵੇ, ਇੱਕ ਬਹੁਤ ਵੱਡੀ ਅੱਜ ਘਾਟ ਹੈ, ਧਿਆਨ ਕਰਿਓ। ਉਦੋਂ ਮਿਸਲਾਂ ਦਾ ਇੱਕ ਨਿਯਮ ਬਣਿਆ ਸੀ। ਮਿਸਲਾਂ ਦਾ ਨਿਯਮ ਸੀ ਕਿ ਆਪਣੇ ਆਪਣੇ ਇਲਾਕੇ ਤੇ ਤੁਸੀਂ ਕਬਜ਼ਾ ਕਰਨੇ, ਇਲਾਕੇ ਵੀ ਵਧਾਉਣੇ ਨੇ। ਮਿਸਲਾਂ ਇਤਿਹਾਸ ਕਹਿੰਦੇ ਇੱਕ ਦੂਜੇ ਨਾਲ ਵੀ ਲੜਦੀਆਂ ਸਨ, ਪਰ ਧਿਆਨ ਕਰਿਓ ਜਦੋਂ ਕਿਤੇ ਪੰਥ ਤੇ ਦੁਬਿਧਾ ਆਉਂਦੀ ਸੀ, ਜਦੋਂ ਕਿਤੇ ਪੰਥਕ ਮਸਲਾ ਆਉਂਦਾ ਸੀ, ਮੈਂ ਸਿਰ ਝੁਕਦਾ ਉਹਨਾਂ ਸਿੱਖਾਂ ਅੱਗੇ ਕਿ ਉਹ ਸਾਰੇ ਜਦੋਂ ਪੰਥਕ ਮਸਲਾ ਆਉਂਦਾ ਸੀ ਸਾਰੇ ਇੱਕ ਹੋ ਜਾਂਦੇ ਸੀ, ਸਾਰੇ ਇੱਕ ਹੋ ਕੇ ਫਿਰ ਜੰਗਾਂ ਯੁੱਧਾਂ ਵਿੱਚ ਲੜਦੇ ਸਨ, ਕਿਉਂਕਿ ਪੰਥ ਲਈ ਸਾਰੇ ਇੱਕ ਸੀ। ਜਦੋਂ ਮਿਸਲਾਂ ਬਣੀਆਂ, ਉਹਨਾਂ ਮਿਸਲਾਂ ਨੂੰ ਬਣਾਉਣ ਵਾਲੇ ਨਵਾਬ ਕਪੂਰ ਸਿੰਘ ਜੀ ਨੇ ਇੱਕ ਨਿਯਮ ਬਣਾ ਦਿੱਤੇ ਸਨ, ਆਪਣੇ ਆਪਣੇ ਇਲਾਕੇ ਵਿੱਚ ਉਹ ਰਹਿੰਦੇ ਸਨ। ਸੁਕਰ ਚੱਕਰੀਆ ਮਿਸਲ ਇੱਕ ਬਹੁਤ ਵੱਡੀ ਮਿਸਲ ਬਣ ਗਈ ਸੀ, ਉਹਦੇ ਕੋਲ ਬਹੁਤ ਵੱਡਾ ਇਲਾਕਾ ਸੀ ਤੇ ਸਾਧ ਸੰਗਤ ਜੀ ਸਰਦਾਰ ਮਹਾ ਸਿੰਘ ਇਹਦੇ ਜਥੇਦਾਰ ਬਣੇ ਤੇ ਜਥੇਦਾਰੀ ਤੋਂ ਬਾਅਦ 1780 ਦੇ ਅੰਦਰ ਨਵੰਬਰ ਦੇ ਮਹੀਨੇ, ਕੁਝ ਇਤਿਹਾਸਕਾਰਾਂ ਨੇ ਡੇਟ 2 ਨਵੰਬਰ ਲਿਖੀ ਹੈ, ਕੁਝ ਇਤਿਹਾਸਕਾਰਾਂ ਨੇ 13 ਨਵੰਬਰ ਲਿਖੀ ਹੈ। ਗਿਆਨੀ ਗਿਆਨ ਸਿੰਘ ਜੀ ਸਾਧ ਸੰਗਤ ਜੀ 2 ਨਵੰਬਰ ਲਿਖਦੇ ਨੇ, ਕੁਝ ਵਿਦਵਾਨ 13 ਨਵੰਬਰ ਲਿਖਦੇ ਨੇ, ਪਰ ਨਵੰਬਰ ਦੇ ਮਹੀਨੇ ਅੰਦਰ 1780 ਦੇ ਵਿੱਚ ਸਰਦਾਰ ਮਹਾ ਸਿੰਘ ਦੇ ਘਰ ਮਾਤਾ ਰਾਜ ਕੌਰ ਦੀ ਕੁੱਖੋਂ ਇੱਕ ਪੁੱਤਰ ਦਾ ਜਨਮ ਹੋਇਆ। ਹੁਣ ਇਹ ਪੁੱਤਰ ਦਾ ਨਾਂ ਸਰਦਾਰ ਮਹਾ ਸਿੰਘ ਜੀ ਨੇ ਗੁਰੂ ਦੇ ਕਿਰਪਾ ਦੇ ਨਾਲ ਰਣਜੀਤ ਸਿੰਘ ਰੱਖਿਆ। ਇੱਕ ਗੱਲ ਚੇਤੇ ਰੱਖਿਓ, ਮੈਂ ਇੱਕ ਵਿਦਵਾਨ ਦੀ ਵਿਚਾਰ ਸੁਣ ਰਿਹਾ ਸੀ, ਮੈਨੂੰ ਬੜੀ ਚੰਗੀ ਲੱਗੀ। ਉਹ ਲਿਖਦਾ ਵੀ ਨਾਮਾਂ ਦਾ ਵੀ ਇੱਕ ਪ੍ਰਭਾਵ ਪੈਂਦਾ ਜੀਵਨ ਵਿੱਚ, ਨਾਮਾਂ ਦਾ ਵੀ ਅੱਜ ਜੀਵਨ ਵਿੱਚ ਪ੍ਰਭਾਵ ਪੈਂਦਾ ਹੈ। ਉਹ ਨਾਮ ਦਾ ਹੀ ਪ੍ਰਭਾਵ ਸੀ ਕਿ ਜਿੱਥੇ ਨਾਂ ਰਣਜੀਤ ਸਿੰਘ ਹੈ ਉੱਥੇ ਕਿਹੜਾ ਰਣ ਦਾ ਮੈਦਾਨ ਹੈ ਜਿਹੜਾ ਰਣਜੀਤ ਸਿੰਘ ਨੇ ਜਿੱਤਿਆ ਨਾ ਹੋਵੇ, ਕਿਹੜਾ ਰਣ ਦਾ ਮੈਦਾਨ ਹੈ ਜਿਹੜਾ ਸੂਰਮਾ ਬਣ ਕੇ ਉਹ ਅੱਗੇ ਜੂਝਿਆ ਨਾ ਹੋਵੇ। ਤੇ ਸਾਧ ਸੰਗਤ ਜੀ ਬਚਪਨ ਵਿੱਚ ਜਦੋਂ ਨਾਂ ਰੱਖਿਆ ਰਣਜੀਤ ਸਿੰਘ, ਚਾਰੇ ਪਾਸੇ ਖੁਸ਼ੀ ਮਨਾਈ ਗਈ ਤੇ ਥੋੜਾ ਕੁ ਸਮਾਂ ਬੀਤਿਆ ਸੀ ਜਦੋਂ ਇਸ ਛੋਟੇ ਜਿਹੇ ਬੱਚੇ ਨੂੰ ਚੇਚਕ ਦੀ ਬਿਮਾਰੀ ਨੇ ਆ ਘੇਰਿਆ। ਚੇਚਕ ਦੀ ਬਿਮਾਰੀ ਲੱਗੀ। ਚੇਚਕ ਦੀ ਬਿਮਾਰੀ ਨੇ ਐਡਾ ਕੁ ਹਮਲਾ ਕੀਤਾ ਸੀ ਕਿ ਇਸ ਬੱਚੇ ਦੀ ਇੱਕ ਖੱਬੀ ਅੱਖ ਵੀ ਜਾਂਦੀ ਰਹੀ, ਪੂਰਾ ਸਰੀਰ ਦਾਗਾਂ ਨਾਲ ਭਰ ਗਿਆ। ਪਰ ਇੱਕ ਗੱਲ ਚੇਤੇ ਰੱਖਿਓ, ਦਾਗ ਸਰੀਰ ਤੇ ਹੋ ਸਕਦੇ ਨੇ, ਇੱਕ ਅੱਖ ਨਾ ਵੀ ਹੋ ਸਕਦੀ ਹੈ, ਪਰ ਚੇਤੇ ਰੱਖਿਓ ਜਿਹੜੀ ਅੰਦਰ ਸ਼ਖਸੀਅਤ ਵਸੀ ਹੋਈ ਸੀ ਉਹ ਕਦੇ ਸਮਾਂ ਪਾ ਕੇ ਦੁਨੀਆ ਦੇ ਸਾਹਮਣੇ ਪੈਦਾ ਹੋਣੀ ਸੀ। ਇਹ ਭਾਵੇਂ ਇਹਨੂੰ ਅੱਜ ਤੁਸੀਂ ਦੁਬਲਾ ਨਾ ਸਮਝਿਓ, ਇਹਨੂੰ ਦਾਗਾਂ ਵਾਲਾ ਨਾ ਸਮਝਿਓ, ਇੱਕ ਦਿਨ ਇਹੀ ਸ਼ੇਰੇ ਪੰਜਾਬ ਬਣ ਕੇ ਇਹਨੇ ਉੱਭਰਨੇ,
एक दिन यही है जेड़ा समुचे पंजाब की धरती ते राज करके एक 40 साल लगातार राज करके खालसे दा इन्हें दसने भी खालसे दा राज हुंदा की है। ध्यान करियो, बचपन विच बीमारी लगी, इहदे विचों उभरे तलवारबाजी, घोड़ सवारी, ये तो घर विचों पीढ़ी दर पीढ़ी जिवें अगे चलदी होण। ध्यान करियो, बाबा बुद्ध सिंह भी सूरमे ने, बाबा नोद सिंह भी सूरमे है, बाबा चढ़त सिंह भी सूरमे ने, जथेदार महा सिंह भी सूरमे ने, ते अगे उन्हां दे सूरमियां दे घर विच जिहड़ा पुत्र पैदा होया रणजीत सिंह, देखो कदे भी अपनी पीढ़ी विचों असर आउंदा है। मैं गुरबाणी विचों शब्द बोला, गुरु अर्जन देव पातशाह कहंदे ने, बदी बेल बहु पीढ़ी चाली, धर्म कला हर बंद बहाली। पीढ़ी चले पर पीढ़ी विच धर्म कला भी बंधी रहे। वो धर्म कला, वो शास्त्र विद्या उन्होंने जिवें गुरती च मिली होवे, ते साध संगत जी वो गुरती च लई हुई शास्त्र विद्या दी कमाल सी कि इतिहास गवाह है 9 साल की उम्र विच वो अपने पिता दे नाल जंगा युद्धां विच हिस्सा लेन लग पे सी। 9 साल की उम्र विच। ते साध संगत जी कितनी छोटी उम्र होएगी, 9 साल की उम्र। इन्नी छोटी उम्र विच ही वो अपनी सूरमताई दे जिहड़े जौहर सी वो दिखाउण लग पे सी। समा अपनी चाले चलिया। साध संगत जी 1796 दे विच जदों चारे पासे महा सिंह दी चढ़त है, जदों चारे पासे चढ़त है, उस वेले साध संगत जी कन्हैया मिसल दी माता सदा कौर ने एक रिश्ता किया इस परिवार दे नाल, और वो रिश्ता सी अपनी पुत्री महताब कौर दे आनंद कारज महाराजा रणजीत सिंह नाल कीते। हुण ध्यान करियो, 2 मिसलां आपस विच जुड़ गईयां, और महाराजा रणजीत सिंह दी तो बाद भी अगे पॉलिसी रही है, उन्हें जेड़ियां तकड़ियां मिसलां सी उन्हां नाल रिश्ते गंढे, उन्हां नाल रिश्ता पाया। ते साध संगत जी तो बाद फिर जेड़ियां मिसलां कमजोर सी उन्हां दे नाल जंग लड़के या समझौते करके उन्होंने अपने विच मिलाया। पूरा राज कायम करदियां महाराजा रणजीत सिंह भावें पढ़े लिखे नहीं सी, पर हाँ उन्हां दी जिहड़ी बुद्ध दी सोच सी ना वो बड़ी उच्ची सी, बड़ी उच्ची सोच सी। इहो कारण है कि अंग्रेज लिखारियां ने भी उन्हां दी इस बुद्ध दी इस मत दी दात दिती है। कह लग भी एडा बड़ा राज कायम करके उन्होंने चलाउणा ये महाराजा रणजीत सिंह ही चला सकता, होर कोई नहीं चला सकता। एडी बड़ी मत दे मालक सी। ते साध संगत जी अंदर गुरु प्रति प्यार, अंदर गुरु प्रति श्रद्धा भी इन्नी सी कि जिस दिन मेरे सतगुरु दी दिती हुई दात शेरे पंजाब दी पदवी ते बैठे, ते ध्यान करियो लोकां ने भावें नारे महाराजा रणजीत सिंह दे नां दे लाए होण, पर महाराजा रणजीत सिंह ने उस दिन भी उठ के कहा सी भी मैं राजा नहीं, मैं तो गुरु नानक दे घर दा, गुरु नानक दे घर दा एक चाकर हां, मैं एक चाकर हां। मैं गल अगे करां, 1796 विच आनंद कारज होए। महाराजा रणजीत सिंह दे इतिहास कहंदे 5 शादियां ने, महताब कौर, दतार कौर, रतन कौर, साध संगत जी, फिर महारानी जिंद कौर आदि। 5 शादियां ने ते 7 सपुत्र ने। इन्हां दे 7 सपुत्र ने। सब तो बड़े महाराजा खड़क सिंह होए ने। साध संगत जी इतिहास लंबा चले जाएगा। 7 पुत्र ने ते 1801 का समा आया। 1801 विच बैसाखी का दिन नियत होया, जिस दिन महाराजा रणजीत सिंह जी नूं शेरे पंजाब की उपाधि नाल नवाजिया जाना है। लाहौर दे विच दरबार सजिया ते 2 नावां नूं कदे ना भुलियो, एक ज्ञानी गुरमुख सिंह ते एक साध संगत जी ऊने दे वो महापुरुष
ਬਾਬਾ ਸਾਹਿਬ ਸਿੰਘ ਬੇਦੀ 1801 ਦੇ ਅੰਦਰ ਵਿਸਾਖੀ ਦਾ ਦਿਨ ਚੁਣਿਆ ਗਿਆ। ਉਹ ਕਿਹੜਾ ਗੁਰੂ ਘਰ ਹੋਵੇਗਾ ਜਿੱਥੇ ਉਸ ਦਿਨ ਅਖੰਡ ਪਾਠ ਸਾਹਿਬ ਦੇ ਭੋਗ ਨਹੀਂ ਪਏ। ਹਰ ਗੁਰੂ ਘਰ ਵਿੱਚ ਉਸ ਦਿਨ ਅਰਦਾਸ ਕੀਤੀ ਗਈ, ਹਰ ਮੰਦਿਰ ਵਿੱਚ ਉਸ ਦਿਨ ਪੂਜਾ ਹੋਈ, ਹਰ ਮਸਜਿਦ ਵਿੱਚ ਉਸ ਦਿਨ ਆਇਤਾਂ ਪੜ੍ਹੀਆਂ ਗਈਆਂ ਕਿ ਅੱਜ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਦੀ ਉਪਾਧੀ ਨਾਲ ਦੇ ਕੇ ਨਵਾਜਿਆ ਜਾਣਾ। ਤੇ ਉਸ ਦਿਨ ਭਰੇ ਇਕੱਠ ਵਿੱਚ ਗਿਆਨੀ ਗੁਰਮੁਖ ਸਿੰਘ ਜੀ ਨੇ ਅਰਦਾਸ ਕਰਨੀ ਹੈ। ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਕ ਬੇਨਤੀ ਆਖੀ, ਕਹਿਣ ਲੱਗੇ ਗਿਆਨੀ ਜੀ ਇੱਕ ਅਰਦਾਸ ਜਦੋਂ ਤੁਸੀਂ ਕਰੋ ਨਾ, ਅਰਦਾਸ ਵਿੱਚ ਤੁਸੀਂ ਮੇਰੇ ਨਾਂ ਦਾ ਰਾਜ ਨਹੀਂ ਕਹਿਣਾ। ਤੁਸੀਂ ਜਦੋਂ ਅਰਦਾਸ ਕਰਨੀ ਹੈ ਉਦੋਂ ਤੁਸੀਂ ਨਾਨਕ ਦੇ ਨਾਮ ਦੇ ਖਾਲਸੇ ਦੇ ਰਾਜ ਦੀ ਸਥਾਪਨਾ ਦੀ ਅਰਦਾਸ ਕਰਨੀ ਹੈ। ਤੁਸੀਂ ਰਣਜੀਤ ਸਿੰਘ ਦੇ ਰਾਜ ਦੀ ਸਥਾਪਨਾ ਦੀ ਅਰਦਾਸ ਨਹੀਂ ਕਰਨੀ। ਗਿਆਨੀ ਗੁਰਮੁਖ ਸਿੰਘ ਜੀ ਨੇ ਅਰਦਾਸ ਕੀਤੀ ਤੇ ਬਾਬਾ ਸਾਹਿਬ ਸਿੰਘ ਬੇਦੀ ਨੇ ਤਖਤ ਤੇ ਬਿਠਾ ਕੇ ਤਿਲਕ ਲਾਇਆ, ਗੱਦੀ ਤੇ ਬਿਠਾਇਆ ਤੇ ਸਾਧ ਸੰਗਤ ਜੀ ਉਸ ਦਿਨ ਫਿਰ ਵਿਚਾਰ ਸ਼ੁਰੂ ਹੋਈ, ਨਿਯਮ ਬਣਨੇ ਸ਼ੁਰੂ ਹੋਏ। ਤੇ ਪਹਿਲਾ ਸੀ ਵੀ ਸਿੱਕਾ ਕਿਹਦੇ ਨਾਂ ਦਾ ਚਲਾਇਆ ਜਾਏ। ਕਿਸੇ ਨੇ ਵਿਚਾਰ ਦਿੱਤੀ ਵੀ ਬਾਬਾ ਨੋਭ ਸਿੰਘ ਦੇ ਨਾਂ ਦਾ ਸਿੱਕਾ ਚਲਾ ਦਈਏ, ਕੋਈ ਕਹਿੰਦਾ ਬਾਬਾ ਬੁੱਧ ਸਿੰਘ ਦੇ ਨਾਂ ਦਾ ਸਿੱਕਾ ਚਲਾਈਏ, ਕੋਈ ਕਹਿੰਦੇ ਨਹੀਂ ਇਹਨਾਂ ਦੇ ਸੂਰਮੇ ਬਜ਼ੁਰਗ ਬਾਬਾ ਚੜ੍ਹਤ ਸਿੰਘ ਦੇ ਨਾਂ ਦਾ ਸਿੱਕਾ ਚਲਾਈਏ। ਜਦੋਂ ਵਿਚਾਰਾਂ ਚੱਲ ਰਹੀਆਂ ਮਹਾਰਾਜਾ ਰਣਜੀਤ ਸਿੰਘ ਉੱਠ ਕੇ ਖਲੋ ਕੇ ਕਹਿਣ ਲੱਗੇ ਵੀ ਨਹੀਂ ਪਿਆਰਿਓ, ਇਹ ਰਾਜ ਵੀ ਨਾਨਕ ਦਾ, ਮੈਂ ਵੀ ਨਾਨਕ ਦਾ ਤੇ ਇਹ ਸਮੁੱਚਾ ਪੰਥ ਹੀ ਗੁਰੂ ਦਾ। ਤੇ ਜੇ ਰਾਜ ਗੁਰੂ ਦਾ ਤੇ ਫਿਰ ਸਿੱਕੇ ਵੀ ਗੁਰੂ ਦੇ ਨਾਂ ਤੇ ਚੱਲਣਗੇ, ਮੋਹਰਾਂ ਵੀ ਗੁਰੂ ਦੀਆਂ ਹੀ ਬਣਨਗੀਆਂ। ਨਾਨਕ ਦੇ ਨਾਂ ਦੇ ਸਿੱਕੇ ਚੱਲੇ, ਸਾਧ ਸੰਗਤ ਜੀ ਨਾਨਕ ਦੇ ਨਾਂ ਦੀਆਂ ਮੋਹਰਾਂ ਬਣੀਆਂ ਤੇ ਉਹਨਾਂ ਮੋਹਰਾਂ ਦੇ ਉੱਤੇ ਗੁਰੂ ਨਾਨਕ ਦੇ ਨਾਂ ਦੀਆਂ ਮੋਹਰਾਂ ਬਣਾ ਕੇ, ਕਿਉਂਕਿ ਰਾਜ ਹੀ ਖਾਲਸੇ ਦਾ ਕਾਇਮ ਇੱਕ ਕਰ ਦਿੱਤਾ। ਹੁਣ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਅੰਦਰ ਖਾਲਸੇ ਦਾ ਰਾਜ ਕਾਇਮ ਹੋਇਆ। ਅੰਮ੍ਰਿਤਸਰ ਦੀ ਧਰਤੀ ਦੀ ਇੱਕ ਮੈਂ ਵਿਥਿਆ ਆਪ ਨਾਲ ਸਾਂਝੀ ਕਰਨੀ ਚਾਹੁੰਦਾ। ਯਾਦ ਰੱਖਿਓ, ਜਦੋਂ ਵੀ ਮਹਾਰਾਜਾ ਅੰਮ੍ਰਿਤਸਰ ਨੂੰ ਆਉਂਦੇ ਸਨ ਨਾ, ਬੜੀ ਨਿਮਰਤਾ ਵਿੱਚ, ਮੈਂ ਇੱਕ ਵਿਦਵਾਨ ਨੂੰ ਪੜ੍ਹ ਰਿਹਾ ਸੀ, ਉਹ ਕਹਿੰਦੇ ਨੇ ਐਡੀ ਨਿਮਰਤਾ। ਇੱਕ ਵਾਰ ਤਾਂ ਇਹੋ ਜਿਹਾ ਵੀ ਸਮਾਂ ਆਇਆ ਜਦੋਂ ਸਾਦੇ ਕੱਪੜਿਆਂ ਵਿੱਚ ਕੋਈ ਫੌਜ ਨਹੀਂ, ਕੋਈ ਅਹਿਲਕਾਰ ਨਹੀਂ, ਕੋਈ ਘੋੜਾ ਨਹੀਂ, ਕੋਈ ਸਾਧ ਸੰਗਤ ਜੀ ਇਹੋ ਜੀ ਕੋਈ ਰੁਤਬਾ ਨਹੀਂ, ਕੋਈ ਘੋੜੇ ਨਿੱਜੇ ਨਹੀਂ, ਸਗੋਂ ਇੱਕ ਸਾਦੇ ਜਿਹੇ ਮਨੁੱਖ ਦੇ ਲਿਬਾਸ ਵਿੱਚ 40 ਮੀਲ ਦਾ ਲੰਬਾ ਪੈਂਡਾ ਤੈਅ ਕਰਕੇ ਲਾਹੌਰ ਤੋਂ ਮਹਾਰਾਜਾ ਰਣਜੀਤ ਸਿੰਘ ਅਰਦਾਸ ਕਰਨ ਲਈ ਪੈਦਲ ਚੱਲ ਕੇ ਅੰਮ੍ਰਿਤਸਰ ਆਏ ਸੀ। ਇੱਕ ਭਾਵਨਾ ਸੀ ਵੀ ਮੈਂ ਰਾਜਾ ਨਹੀਂ, ਰਾਜਾ ਮੇਰਾ ਗੁਰੂ ਹੈ, ਮੇਰਾ ਗੁਰੂ ਰਾਮਦਾਸ ਪਾਤਸ਼ਾਹ, ਮੈਂ ਰਾਜਾ ਨਹੀਂ। ਤੇ ਉਹ ਅਰਦਾਸ ਕਿਸ ਲਈ ਆਏ ਸੀ? ਕਿਉਂਕਿ ਉਹਨਾਂ ਦਿਨਾਂ ਵਿੱਚ ਮੁਲਤਾਨ ਵਿੱਚ ਕਾਲ ਪਿਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਖਜ਼ਾਨੇ ਖੋਲ ਦਿੱਤੇ ਸੀ ਤੇ ਅਰਦਾਸ ਕਰਨ ਆਏ ਸੀ, ਸੱਚੇ ਪਾਤਸ਼ਾਹ ਇਸ ਨਿਮਾਣੇ ਜੇ ਸੇਵਕ ਤੇ ਕਿਰਪਾ ਕਰ ਗੁਰੂ ਰਾਮਦਾਸ। ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਲਾਹੌਰ ਚ ਕਾਲ ਪਿਆ ਸੀ, ਤੂੰ ਆਪ ਆਪਣੇ ਹੱਥੀਂ 8 ਮਹੀਨੇ ਸੇਵਾ ਕਰਦਾ ਰਿਹਾ। ਸੱਚੇ ਪਾਤਸ਼ਾਹ ਜਦੋਂ ਲਾਹੌਰ ਚ ਕਾਲ ਪਿਆ ਸੀ, ਤੈਂ ਵੀ ਸੰਗਤਾਂ ਨੂੰ ਕਿਹਾ ਸੀ ਦਸਵੰਧ ਅੰਮ੍ਰਿਤਸਰ ਨਹੀਂ ਦੇਣਾ, ਦਸਵੰਧ ਲਾਹੌਰ ਵਿੱਚ ਲੋੜਵੰਦਾਂ ਨੂੰ ਵੰਡ ਦਿਓ। ਸਤਿਗੁਰੂ ਕਿਰਪਾ ਕਰ, ਮੇਰੇ ਖਜ਼ਾਨੇ ਵੀ ਘੱਟ ਹੋ ਸਕਦੇ ਨੇ, ਮੇਰੇ ਖਜ਼ਾਨੇ ਮੁੱਕ ਸਕਦੇ ਨੇ, ਪਰ ਜੇ ਤੇਰੀ ਕਿਰਪਾ ਹੋ ਜਾਵੇ ਤੂੰ ਇਸ ਔਖੀ ਘੜੀ ਵਿੱਚੋਂ ਤੂੰ ਕੱਢ ਸਕਦਾ, ਕਿਉਂਕਿ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। हाथ दे रखे अपने को, सास सास प्रत पाले, प्रभ स्यों लाग रहे हो मेरा चीत, आद अंत प्रभ सदा सहाई, धन हमारा मीत। हुण एडी निमरता सी गुरु प्रति। अज साध संगत जी माफ करियो, जे कोई सिख उच्चे अहुदे ते पहुंच जाए ना, माफ करना, मैनू कहण देना, राज साडा होया पर राज होके भी अंदर हौमे आ गई। जदों बाणी तो टुट गए, फिर ध्यान करियो, और राजे भी फिर लुट्टण वाले तो बने,
प्रजा की सेवा करने वाले नहीं बने। महाराजा रणजीत सिंह कोल राज भी है पर प्रजा की सेवा करने का भी एक संकल्प है। उन्हां दी नज़रां विच सभे सांझी वाल सदाएं का उपदेश है। उन्हां दी नज़रां विच अवले अल्लाह नूर उपाया, कुदरत के सब बंदे एक नूर ते सब जगह उपजिया, कौन भले को मंदे का सिद्धांत है। उन्हां दी नज़रां विच हर एक धार्मिक स्थान एक जिही नज़र है। तुसी वेखो कदे इतिहास नूं पढ़ के महाराजा रणजीत सिंह ने जिथे गुरु धामां दी सेवा करवाई, उन्हां दे नामां ते जमीनां अलाट कीतियां, जगीरां अलाट कीतियां, उत्थे धार्मिक मंदिर भी बनवाए, मस्जिदां भी बनाईयां। उत्थे मुसलमान लई भी वही कानून है, उत्थे सिख लई भी वही कानून है, उत्थे एक हिंदू लई भी वही कानून है। याद रखियो जदों अज भी आपां राज की गल करते हैं और 40 साल के महाराजा रणजीत सिंह के राज नाल सानू कंपेयर करना पवेगा भी उन्हां दे राज विच जे अज आपां राज मंगीए तां इहो जे नियम सानू सिख धर्म के नाल संबंधित बनाने पैणगे कि जिथे सारियां लई एक जिहा सिद्धांत, एक जिहा नियम लागू होएगा। अज असीं राज की गल तां करदे आ पर असीं दोहरा भी पढ़ते हैं। माफ करियो अधूरा ना पढ़ीए। असीं पढ़ते हैं राज करेगा खालसा, भाई नहीं की पढ़ते हैं। मेरे नौजवान वीर जदों भी किधरे कोई बहुत बड़ा साध संगत जी होवे थां ते कोई भी गल होवे आपां कहने राज करेगा, पिछों बोलांगे खालसा, अगली पंक्ति नहीं पढ़ते। आकी रहे ना कोई। आकी का अर्थ की हुंदा है? आकी का अर्थ हुंदा टुट जाना। जिहड़ियां चीज़ां सानू गुरु दे सिद्धांत तो तोड़दी है, सानू आकी करदी है, वो एक भी ना साडे च रहे, फिर तो आपां राज करांगे, फिर तो राज है। ते सतगुरु फिर करना की पैना है? कहंदे खुआर होए, खुआर दा अर्थ हुंदा छड्डना। जिहड़ियां चीज़ां तुहानू गुरु तो तोड़न उन्होंने छड्ड के आवी पुत्र खुआर होए सब मिलेंगे। बचे शरण जो होए ते बचदा ओही है जिहड़ा गुरु दी शरण विच आ जांदा है, उभरदा ओही है जिहड़ा गुरु दी शरण विच आ जांदा है। जे 40 साल महाराजा रणजीत सिंह राज कर गया, उहदे पिछे ताकत यही सी कि उहदी जिंदगी दे अंदर गुरु प्रति प्यार, बाणी प्रति प्यार सी। रोज समा कढ के वो बाणी पढ़दा सी ते बाणी सुनदा सी। अज साडे विच इह भी घाट आ गई कि जे कोई अहुदा मिल गया आपां बाणी तो टुट जांदे, आपां बाणी तो दूर हो जांदे आ। सब तो वड्डी गल है कि उन्होंने आगू बाणी नूं मन्निया। जदों कोई बाणी नूं आगू मन के अपनी जिंदगी दे अंदर निर्वाह करदा है, याद रखियो चढ़दी कला विच जांदा है, चढ़दी कला विच जांदा है। समा अगे बीतिया 1809 दे अंदर साध संगत जी एक बहुत बड़ी संधि हुई अंग्रेजां दे नाल। रोपड़ दी धरती ते सतलुज दे किनारे। साडी ये भी घाट रही है भी जिहड़ियां थावां बहुत इतिहासिक सी ना, आपां उन्हां नूं संभाल नहीं सके। दास उत्थे तो आया है, उसे रोपड़ चों आया है। तुसीं अज जाके वेखो उत्थे स्वराज माजदा दी एक कंपनी ने, ध्यान करियो, एक कंपनी ने सारी जमीन ले ली सरकार कोलों, और सरकार कोलों वो भी थां ले ली जिथे वो यादगार अज भी बनी हुई है। चोटी दे उत्ते अज भी निशान साहब झूलदा है, वो यादगार भी मुल ले ली। वो तो ढा रहे सी उस चीज़ नूं ते वो सिंघां ने जाके धरना दिता, तां वो छोटी जी पहाड़ी अज टिकी हुई है। नहीं वो भी समा आएगा, वो भी भुर जानी। असीं संभाल ही नहीं सके, देख ही नहीं सके। अज भी वो यादगार है। तुसीं कदे जाओ आनंदपुर साहिब की धरती वाल नूं, वो अज भी सतलुज किनारे ते निशान साहिब झूलदा है। अज भी दसदा है भी सतलुज दे परे वाला इलाका महाराजा रणजीत सिंह कोल सी संधि दे मुताबक, ते सतलुज दा इधर दा इलाका जिहड़ा सी वो अंग्रेजी राज अंदर सी। पर यह भी गल सी कि उन्हां दी जुरत नहीं सी कि सतलुज टप के वो महाराजा रणजीत सिंह का राज भी ले लेन। जुरत नहीं सी, ताकत सी महाराजा रणजीत सिंह दे कोल। गुरु दे नाल प्यार सी, सूरमताई दे गुण सन। साध संगत जी समा अगे बीतिया, किन्ने चढ़त होई ते कदे पेशावर दा वो इलाका जिथों बहुत सारे हमलावरां ने
हिंदुस्तान ते हमले कीते, हिंदुस्तान नूं लुटिया, हिंदुस्तान दियां बहु बेटियां दी इज्जत नूं लुटिया। जेकर उस इलाके दे बूहे बंद कीते ने, उस इलाके नूं अपने राज विच मिलाया ते वो भी महाराजा रणजीत सिंह ने। जेकर दरा खैबर दे इलाके नूं जित्तिया, उत्थे फतेहगढ़ किला बनाया, उत्थे हरी सिंह नलूए दे ना साध संगत जी, मैं इतिहास नूं पढ़दा, 1 महीने अंदर खैबर दे इलाके नूं जित के किला बना के रख दिता सी। ते ध्यान करियो, उदों बाद कोई हमलावर उस दिन तो बाद अज तक उस इलाके विचों हमलावर बन के हिंदुस्तान नूं लुट्टण नहीं आया। ये भी बहुत बड़ी देन है, ये भी बहुत बड़ी एक देन है महाराजा रणजीत सिंह दे समय दी और उस महान सूरवीरां दी, जिन्हां ने अपने शहीदियां दे दे के इस खालसे राज नूं बनाया, खालसे राज नूं संजिया। शाम सिंह अटारी वर्गे, हरी सिंह नलूए वर्गे, नवाब कपूर सिंह वर्गे, अकाली फूला सिंह वर्गे ते साध संगत जी अपनी प्रजा प्रति महाराजा रणजीत सिंह इन्ने सुचारू सन कि मैनूं एक घटना बाबा प्रेम सिंह जी होती मरदान ने लिखी है। कहते एक दिन उन्हां दा वजीर ना शहर विच किधरे जा रहा सी। कहते एक मां अपने पुत्र नूं खिडा रही सी, लोरी दे रही सी। लोरी देते उन्हें लोरी च जिहड़े शब्द वरते वो वजीर नूं चुभे। शब्द लोरी विच जिहड़े वरते शब्द वरते, आकड़ वे मुंडिया आकड़। शब्द किहड़े वरते? आकड़ वे मुंडिया आकड़। रणजीत सिंह तेरा चाकर, रणजीत सिंह तेरा चाकर। सदा कौर तेरी दाई, दाई दा अर्थ हुंदा खिडावी। सदा कौर तेरी दाई, महताब कौर दौड़दी आई। वजीर नूं बड़ा अंदर नूं दुख लग्या, उन्होंने क्रोध भी आया, रोस भी आया, पर उस वेले तो लंघ गया। उन्हें जाके महाराजा रणजीत सिंह नूं सारी गल दसी बई तेरी प्रजा विच एक मां अपने पुत नूं आ गल कहंदी, मेरे तो बर्दाश्त नहीं हुंदा। दूजा दिन होया, महाराजा रणजीत सिंह दा दरबार लग्या, वो मां नूं भी बुलाया गया, भरे दरबार विच बुलाया, भरे दरबार विच बुलाया। वो मां अपने बच्चे नूं भी लेके, छोटा जिहा बच्चा सी गोद अंदर। भरे दरबार विच महाराजा रणजीत सिंह कह रहा सी, मां ओ गल जिहड़ी तू कल अपने बच्चे नूं कह रही सी दुआरे कह। मां दियां लत्तां कंबदियां, एडे बड़े सूरमे नूं मैं कह की रही सां, जे मैं दरबार विच किते कहा किते इह मैनूं सजा ना दवे। ये भी गल चेते रखियो, महाराजा रणजीत सिंह दे समय जिहड़ी सजा सी, फांसी की सजा किसी नूं भी नहीं हुई। ध्यान करियो, उन्होंने जिहड़ियां जुल्म के खिलाफ तो जंग लड़ी है, जालमां के खिलाफ तो जंग लड़ी है, पर उन्होंने किसी निर्दोषी या किसी मजलूम ते जुल्म नहीं ढाया। ध्यान करियो, हुणे मां नूं दुआरे कहा रणजीत सिंह जी ने, कहने लगे मां एक बार सुना। हुण कंबदी जही आवाज विच कहंदी, आकड़ वे मुंडिया आकड़। रणजीत सिंह तेरा चाकर, सदा कौर तेरी दाई, महताब कौर दौड़दी आई। महाराजा रणजीत सिंह जी तो सोच रही सी सजा मिलेगी, वो तख्त तो उठ के मान करियो, वो उहदे चरनां ते नमस्कार करदे कहन लग्या, धन है गुरु नानक दे पातशाह, जिथे प्रजा इस राजे नूं चाकर समझण लग जाए, राज सतगुरु तेरा है, मैं तां तेरे दर दा चाकर होके चाकरी करदा, सेवादार होके सेवादारी करदा, ते ओ फिर समझ लो राज फिर आनंद वाला होएगा ना, वो राज खेड़े वाला होएगा। कदे भरे लाहौर शहर विचों लंघदे ने, किन्नियां क घटना जदों एक माई अपने घर तो तवा चुक के उन्हां दे पैरां नूं लाउण लगदी है, ते इह गल कहंदी है,
कि महाराजा साहब मैनू तो इन्नी क पता है भी जिहड़ा तुहाडे नाल छू के वो सोना बन जाता है। मैं अपना तवा ही चक ले आई हाँ, मेरी पुत्री विआउण वाली है, मेरे घर च कुछ नहीं है। आ तवा ही मैं सोचिया भी इहदे नाल जुड़ के कालख वाला काला तवा भी सोना हो जाए। महाराजा रणजीत सिंह ने आखिया सी मां हाँ ये तवा तो तेरा तवा तो लोहे दे, पर हाँ तेरी पुत्री विआउण वाली, तेरी पुत्री मेरी पुत्री, तवे दे बराबर सोना तोल के दे देना। ये भी महाराजा रणजीत सिंह दी एक बहुत बड़ा सिद्धांत सी। कदे बेरी तोड़दे बच्चियां दा पत्थर सिर ते लगना, भावें सिपाहियां नूं बड़ा औखा लगिया, पर महाराजा रणजीत सिंह ने रोक दिता। सज्जणों जे बेरी नूं पत्थर मारिए वो बेर देंदी है ते फिर तो बहुत वड्डी गल है। ते जे उन्होंने मेरे पत्थर मारे इन्होंने भी कुछ देना बनता है, उन्होंने भी बहुत कुछ दिता। याद रखियो किड्डा वड्डा वो महाराजा होएगा, शेरे पंजाब होएगा, जिन्हें 40 साल राज करके ये दस दिता भी राजा हुंदा की है और खालसे का राज हुंदा की ये दस दिता। 1837 दे अंदर महाराजा रणजीत सिंह का बहुत बड़ा सूरमा हरी सिंह नलूआ जंग के मैदान में शहीद होया। ये पहली बार सी कि उस महाराजा रणजीत सिंह की अख च अथरू आया, पहली बार सी। महाराजा रणजीत सिंह ने पूछया सी भी अज तुहाडी अख च अथरू क्यों? कहन लगे सज्जणा करते ने मैनू बचपन विच ना एक बीमारी दिती सी, उन्हें मेरी अख ले लई सी, उन्हें मेरी अख ले लई सी, उन्हें मेरी अख ले लई, पर मैनू इन्ना गम नहीं होया। अज मेरा सज्जी अख, अज मेरा सब तो बड़ा मेरा सूरमा मेरे नाल दा हरी सिंह नलूआ शहीद हो गया। अज महाराजा रणजीत सिंह अन्ना हो गया। कदे अख रब ने लई सी, अज मेरी सज्जी अख हरी सिंह नलूआ शहीद हो गया, वो चले गई है। अज रणजीत सिंह अन्ना हो गया। ये शब्द पहली बार वो सूरमे ने आखे। ध्यान करियो, समा अपनी चाले चलिया, समा अपनी चाले चलिया। 1839 दे अंदर 59 साल की उम्र है सिर्फ, जदों महाराजा रणजीत सिंह लाहौर की धरती के उत्ते अज साध संगत जी 27 जून वाले दिन जदों वो चढ़ाई करते ने महाराजा खड़क सिंह नूं गद्दी दे के, उन्हां दी याद विच आपां जुड़े। पर उन्हां दी याद विच जुड़न दे सानूं इह संदेश उपदेश है, क्योंकि अगला जिहड़ा इतिहास है वो फिर गदारां नाल भी भरिया पिया है। ध्यान करियो, इत्थों तक तो उन्होंने सही चलाया, पर अगों मैं थोड़ा जा हिंट दे के अगे लंघ जाना है। 3 रुपए ते सेवादार भर्ती होया ध्यान सिंह डोगरा, 3 रुपए ते। ध्यान करियो, वो ध्यान सिंह डोगरे ने पूरे खालसे राज नूं जिहड़ा सी वो चढ़दी कला दे राज नूं ढैंदी कला विच ले आंदा। सारे जिन्ने तख्त ते बैठे उन्हां दी मौत दा कारण वो ध्यान सिंह डोगरा बनदा है। याद रखियो, इतिहास अपनी चाले चलिया। 1800 साध संगत 39 दे अंदर 59 साल की उम्र जी के महाराजा रणजीत सिंह शेरे पंजाब इस दुनिया नूं सदा अलविदा कह गया। पर उस वेले पंजाब दे लोकां दे अंदरों एक आवाज निकली सी, अज पंजाब जिहड़ा सी वो रंडा हो गया। क्यों? क्योंकि अज इहदा सब तो बड़ा शेर महाराजा रणजीत सिंह शेरे पंजाब अज चढ़ाई कर गया। याद रखियो, पर उन्हां दी याद विचों अज जे आपां मना रहे हैं, इस संदेश है कि अज भी जे तुसी राज कायम करना है, अज भी जे तुसी अपनी जिंदगी विच राजे बनना चाहुंदे हो, ते फिर इहो सिद्धांत है 40 साल का महाराजा रणजीत सिंह का इतिहास पढ़ के अपनी जिंदगी विच सेध लेके ओहो जिहा राज कायम करिए। मेरे को सिर्फ 4-5 मिनट का समय, मैं अज दूजे शहीद की भी नाल गल करनी सी। अज दे ही दिन 1716 विच ध्यान करियो,
ਬਾਬਾ ਬੰਦਾ ਸਿੰਘ ਬਹਾਦਰ जिने सरहद नूं जित के सिख राज कायम कीता है, उसे राज की कड़ी नूं महाराजा रणजीत सिंह ने ਵਧਾਇਆ। ते याद रखियो, जिने वजीर खान तो चुन चुन बदले ले साहिबजादियां दी शहीदियां दे, ओ बाबा बंदा सिंह बहादुर नूं गुरदास नंगल दी गढ़ी चों 740 सिंघां समेत गिरफ्तार कीते। गुरसिखो 3 गढ़ियां कदे ना भुल्लिओ। अज साडी बदकिस्मती है, घाट है भी आपां इतिहास नहीं पढ़ते। 3 गढ़ियां कदे ना भुल्लिओ। पहली गढ़ी है चमकौर दी गढ़ी, दूजी गढ़ी है गुरदास नंगल दी गढ़ी, ते तीजी गढ़ी है सारा गढ़ी। ये 3 गढ़ियां सिख कदे ना भुल्लिओ। इन्हां नाल सिख दा इतिहास जुड़े है। गुरदास नंगल दी गढ़ी चों 740 सिखां समेत बाबा बंदा सिंह बहादुर नूं गिरफ्तार किया गया, दिल्ली पहुंचाया गया। अज तो 7 दिन पिछे मुड़ जाओ, ध्यान करियो। 1 हफ्ता पूरा रोज 100 सिंघां नूं शहीद किया जाता है। दिल्ली की धरती ते 7 दिन लगातार कतलेआम चलिया, 7 दिन लगातार कतलेआम चलिया। ते फिर वारी आई बाबा बंदा सिंह बहादुर दी। ये भी साडा इतिहास कहता है 7 दिन कतलेआम जरूर चले है, पर 7 दिनां च एक भी सिंह अपने धर्म तो नहीं डोलिया, एक भी सिंह अपने धर्म तो नहीं डोलिया। और इतिहास कहता है उन्हां शहीदां विच एक 9 साल का छोटा जिहा बच्चा सी भीम सिंह। अमृतसर दे विच ये साध संगत जी सुल्तान पिंड का रहने वाला है। ये भीम सिंह 9 साल का है। इहदी मां पहुंच गई सी दिल्ली विच भी बादशाह मेरे पुत की छोटी उम्र है, वो सिख नहीं है। ते फर्क शीर बादशाह कह रहा सी, उन्हें चिट्ठी लिखी, कहता 700 चों 1 तां मां मनदी भी सिख नहीं मेरा बच्चा। उन्हें चिट्ठी लिखी, काजी साहब जे एदा पुत कहदा भी सिख नहीं है, उन्होंने छड्ड भी दिओ, जगीर भी दे दिओ, 1 सिख तां मन्निया। कहंदे ओ भीम सिंह दे कोल मां आई, पुत नूं कहण लगी, पुत्र तू मेरा इक्को एक पुत है, इक्को एक बजुर्गी दा सहारा है। तू अज इत्थे कह दे भी मैं सिख नहीं, भावें घरे जाके तू सिख बन जाई, तेरी जान बख्श देणगे ये। ते धन है ओ भीम सिंह कहण लग्या, मां जेड़ी मां ने मैनू सिख बनाया सी वो मां ही तू नहीं है, तू मेरी मां ही नहीं है, मैं तो गुरु का सिख हाँ। काजी साहब देर ना करो, मेरे भरा मेरे बुजुर्ग मेरे पिता समान शहीद हो गए, मैं भी शहीद होना चाहता। वो 740 विच 9 साल का बच्चा भी शहीद होए। ध्यान करियो, बाबा बंदा सिंह बहादुर की बारी आई। इन्हां जालमां ने सब तो पहला उन्हां दे पूरे शरीर दे मांस नूं जंबूरां नाल नोचिया। जदों ना डोले फिर उन्होंने साध संगत जी हाथ पैर वढ़ दिते। जदों ना डोले उन्होंने सामने उन्होंने 4 साल का बच्चा है। पुत किनू प्यारा नहीं, सिखी लई तो पुत भी कुर्बान है। ध्यान करियो, 4 साल का बच्चा अजय सिंह बाबा बंदा सिंह दी अखां सामने उहदा पाड़ के शरीर कलेजा कट के मुंह विच तुन्निया गया। ते बंदा सिंह बहादुर नूं काजी पुछदे किहो जिहा स्वाद है पुत दे कलेजे दा। ते बाबा बंदा सिंह बहादुर कहन लगिया काजी साहब दुनिया विच बहुत पदार्थ खाधे, 36 तरह के पदार्थ खाधे, पर सिक्खी लई जे अज पुत दा कलेजा भी खाना पिया ते ये स्वाद ना पुछो, अज तां आनंद ही आनंद है। ध्यान करियो, पुत दा कलेजा मुंह च तुन्निया गया। जदों ना डोले अखां कढ दित्तियां गईयां, जदों ना डोले अज दे दिन फिर उन्हां दा सीस धड़ तो वख कर दिता गया। ऐसे सूरवीर योधे दा अज शहीदी दिहाड़ा है। उन्हां 740 सिंघां दीयां शहीदियां महाराजा रणजीत सिंह दी याद च जुड़े आ। एडा साडा माण मत्ता इतिहास है। गुरु कृपा करे असी इस इतिहास तो सेध लेके अपनी जिंदगी नूं सिक्खी तो कदे ना तोड़ो, क्योंकि सिरां नूं दे दे के सिक्खी लई है। अज तां भावना होवे गुरमत सिख के असी सिखाउणी, अमृत धारी कौम बनाउणी,
करना सिੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿਚਕਾਰ ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਨੂੰ ਸੰਗਤ ਬਖਸ਼ਣਯੋਗ ਹੈ। ਬਖਸ਼ਦੇ ਹੋ ਦਿਓ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ, ਜਿਸ ਦੇ ਨਾਲ ਸ਼ਹੀਦ ਬੰਦਾ ਸਿੰਘ ਦੀ ਸ਼ਹੀਦੀ, ਆਪਣੇ ਭਾਈ ਸਾਹਿਬ ਸੁਖਵਿੰਦਰ ਸਿੰਘ ਗੁਰੂ ਘਰ ਦੇ ਕਥਾਵਾਚਕ, ਉਹਨਾਂ ਪਾਸੋਂ ਬੜੇ ਪਿਆਰ ਸਹਿਤ ਵਿਚਾਰ ਸਰਵਣ ਕੀਤੇ ਹਨ। ਭਾਈ ਸਾਹਿਬ ਦੇ ਬਹੁਤ ਹੀ ਧੰਨਵਾਦੀ ਹਾਂ। ਗੁਰੂ ਪਿਆਰੇ ਸਾਧ ਸੰਗਤ, ਕੁਝ ਇਸ ਹਫ਼ਤੇ ਦੇ ਪ੍ਰੋਗਰਾਮ ਨੇ ਜੋ ਆਪ ਦੇ ਨਾਲ ਸਾਂਝੇ ਕਰਨੇ ਹਨ।